ਮੈਨੂੰ ਪਹਿਲੇ ਦਿਨ ਤੋਂ ਪਤਾ ਸੀ ਵੀ ਇਹ ਕਲਿਆਣੀ ਨੇ ਕੀਤਾ। ਸਬੀਨਾ ਨਾਲ ਆਏ ਹੈ ਜੀ, ਸਬੀਨਾ ਦੇ ਹਸਬੈਂਡ ਨਾਲ ਆਏ ਆ, ਉਹ ਬਿਲਕੁਲ ਇਹਦੇ ਵਿੱਚ ਸ਼ਾਮਲ ਹੈ। ਸਬੀਨਾ ਦਾ ਹਸਬੈਂਡ ਤੇ ਕਲਿਆਣੀ ਤਿੰਨੋਂ ਆਪਣੇ ਘਰ ਆਏ ਆ, ਸਿੱਪੀ ਨਾਲ ਲੜ ਕੇ ਗਏ ਆ। ਮੈਨੂੰ ਪਹਿਲੇ ਦਿਨ ਤੋਂ ਪਤਾ, ਮੈਂ ਕੀ ਕਹਾਂ, ਬਹੁਤ ਵਾਰੀ ਕਹਿ ਚੁੱਕੀ ਹਾਂ ਵੀ ਇਹਨਾਂ ਨੇ ਕੀਤਾ। ਇਹਨਾਂ ਨੇ ਕਾਲੀ ਜਜਮੈਂਟ ਦੇਤੀ ਐਂਡ ਜੱਜ ਸਾਹਿਬ ਨੇ ਜਿਹੜੀ ਚਾਰ ਸ਼ੀਟ ਅਸੀਂ ਨਿਊਜ਼ਪੇਪਰ ਰਿਪੋਰਟਸ ਕਟਿੰਗ ਪੜੀਆਂ, ਸ਼ੀ ਫਾਇਰਡ 2 ਗਨ ਸ਼ਾਟਸ। ਆ ਹੁਣ 49 ਪੇਜ ਦੀ ਜਜਮੈਂਟ ਹੈ। ਇਸ ਤੁਸੀਂ ਮੰਨੋਗੇ ਨਹੀਂ, ਸਾਡੇ ਜਿਹੜੇ ਕੌਂਸਲ ਨੇ ਬਹਿਸ ਕੀਤੀ ਹੈ ਉਹ ਕੁਝ ਮੈਂਸ਼ਨ ਹੀ ਕੀਤਾ। ਉਹਨਾਂ ਮਾਮਲੇ ਵਿੱਚ ਚਾਰ ਸ਼ੀਟ ਤੋਂ ਪਹਿਲਾਂ ਬਹੁਤ ਘੱਟ ਕੇਸਾਂ ਵਿੱਚ ਜ਼ਮਾਨਤ ਮਿਲਦੀ ਹੈ। ਰਾਦਰ ਮੈਨੂੰ ਕੋਈ ਕੇਸ ਐਸਾ ਪਤਾ ਨਹੀਂ ਹੈ ਜਿੱਥੇ ਕਿ ਚਾਰ ਸ਼ੀਟ ਹਲੇ ਫਾਈਲ ਨਾ ਹੋਵੇ ਤੇ 90 ਦਿਨਾਂ ਤੋਂ ਪਹਿਲਾਂ ਹੀ ਜ਼ਮਾਨਤ ਦਿੱਤੀ ਜਾਵੇ, ਜਿੱਥੇ ਕਿ ਚਾਰਜਸ ਮਰਡਰ ਦੇ ਹੋਣ ਔਰ ਪਹਿਲਾਂ ਚੰਡੀਗੜ੍ਹ ਪੁਲਿਸ ਤੇ ਇਲਜ਼ਾਮ ਲੱਗਾ ਹੋਵੇ, ਫਿਰ ਸੀਬੀਆਈ ਕੋਲ ਕੇਸ ਗਿਆ ਹੋਵੇ ਔਰ ਸੀਬੀਆਈ ਨੇ ਇੰਨੇ ਸਾਲ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਇਹ ਡਿਸੀਜਨ ਲਿੱਤਾ ਹੋਵੇ। ਸੀਬੀਆਈ ਨੇ ਇਹ ਜਿਹੜੀ ਚਾਰ ਸ਼ੀਟ ਤਿਆਰ ਕੀਤੀ ਹੈ ਜਾਂ ਅਰੈਸਟ ਕੀਤਾ ਹੈ, ਕੰਪਲੇਨੈਂਟ ਦੇ ਇਨਫਲੂਐਂਸ ਥੱਲੇ ਕੀਤਾ, ਇਹ ਹੱਸੋ ਹੀ ਨਹੀਂ ਗੱਲ ਹੈ, ਇਹ ਬਿਲਕੁਲ ਮਜ਼ਾਕ ਵਾਲੀ ਗੱਲ ਹੈ। ਇਹ ਇੱਕ ਕਮਜ਼ੋਰ ਬੰਦੇ ਤੇ ਕਮਜ਼ੋਰ ਪਾਰਟੀ ਦੇ ਜਿਹੜੇ ਵਿਕਟਿਮ ਪਾਰਟੀ ਦੇ ਮਜ਼ਾਕ ਤੋਂ ਜ਼ਿਆਦਾ ਨਹੀਂ ਹੈ, ਉਹਨਾਂ ਦੇ ਜ਼ਖਮਾਂ ਤੇ ਨਮਕ ਸਿੱਟਣ ਵਾਲੀ ਗੱਲ ਹੈ। ਸਤਿ ਸ਼੍ਰੀ ਅਕਾਲ। ਨਿਊਜ਼ ਡੇਟਲਾਈਨ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਅੱਜ ਰਿਐਲਿਟੀ ਬਾਈਟਸ ਵਿੱਚ ਇੱਕ ਅਹਿਮ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ। ਇੱਕ ਹਾਈ ਪ੍ਰੋਫਾਈਲ ਮਰਡਰ ਕੇਸ, ਸਿੱਪੀ ਸਿੱਧੂ ਮਰਡਰ ਕੇਸ 20 ਸਤੰਬਰ 2015 ਸਿੱਪੀ ਸਿੱਧੂ ਦਾ ਮਰਡਰ ਹੋਇਆ ਸੀ। ਹੋਰ ਸਿੱਪੀ ਸਿੱਧੂ ਦੇ ਪਰਿਵਾਰ ਨੇ ਜੱਜ ਦੀ ਧੀ ਕਲਿਆਣੀ ਸਿੰਘ ਤੇ ਕਤਲ ਦੇ ਇਲਜ਼ਾਮ ਲਾਏ ਸਨ। ਪੂਰੇ ਮਾਮਲੇ ਦੀ ਜਾਂਚ ਸੀਬੀਆਈ ਕੋਲ ਹੈ, ਸੀਬੀਆਈ ਜਾਂਚ ਕਰ ਰਹੀ ਹੈ। 15 ਜੂਨ 2022 ਸੀਬੀਆਈ ਨੇ ਕਲਿਆਣੀ ਸਿੰਘ ਨੂੰ ਗ੍ਰਿਫਤਾਰ ਕੀਤਾ, ਲੇਕਿਨ ਹੁਣ ਕਲਿਆਣੀ ਸਿੰਘ ਨੂੰ ਹਾਈ ਕੋਰਟ ਨੇ ਬੇਲ ਦੇ ਦਿੱਤੀ ਅਤੇ ਇਸ ਫੈਸਲੇ ਤੇ ਪਰਿਵਾਰ ਨੂੰ ਇਤਰਾਜ਼ ਹੈ। ਇਸ ਤੇ ਅੱਜ ਗੱਲ ਕਰਨ ਜਾ ਰਹੇ ਹਾਂ ਸਿੱਪੀ ਸਿੱਧੂ ਦੇ ਪਰਿਵਾਰਿਕ ਮੈਂਬਰਾਂ ਨਾਲ ਅਤੇ ਜਿਹੜੇ ਲਾਇਰ ਨੇ ਜਿਹੜੇ ਕਿ ਇਸ ਕੇਸ ਦੀ ਪੈਰਵੀ ਕਰ ਰਹੇ ਨੇ, RS ਬੈਂਸ, ਉਹ ਸਾਡੇ ਨਾਲ ਜੁੜੇ ਨੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਬਹੁਤ ਸਵਾਗਤ ਤੁਹਾਡੇ ਸਾਰਿਆਂ ਦਾ। ਜਿੱਪੀ ਸਿੱਧੂ ਜੀ, ਦੀਪਿੰਦਰ ਕੌਰ ਜੀ ਜਿਹੜੇ ਕਿ ਸਿੱਪੀ ਸਿੱਧੂ ਦੇ ਮਦਰ ਨੇ, ਹੋਰ ਬ੍ਰਦਰ ਜਿੱਪੀ ਸਿੱਧੂ ਸਾਡੇ ਨਾਲ ਜੁੜ ਚੁੱਕੇ ਨੇ, ਹੋਰ RS ਬੈਂਸ ਸੀਨੀਅਰ ਲਾਇਰ ਉਹ ਵੀ ਸਾਡੇ ਨਾਲ ਜੁੜ ਚੁੱਕੇ ਨੇ। ਸੋ ਬਹੁਤ ਸਵਾਗਤ ਤੁਹਾਡੇ ਸਾਰਿਆਂ ਦਾ ਰਿਐਲਿਟੀ ਬਾਈਟ ਸ਼ੋ ਵਿੱਚ ਜੁੜਨ ਲਈ। ਸਭ ਤੋਂ ਪਹਿਲਾਂ ਮੈਂ ਬੈਨ ਸਾਹਿਬ ਤੁਹਾਡੇ ਕੋਲ ਆਉਣਾ ਚਾਹਾਂਗੀ। ਜ਼ਮਾਨਤ ਲੈਣਾ ਕਿਸੇ ਵੀ ਮੁਲਜ਼ਮ ਦਾ ਹੱਕ ਹੁੰਦਾ ਹੈ। ਕਲਿਆਣੀ ਸਿੰਘ ਦੀ ਜ਼ਮਾਨਤ ਤੇ ਇਤਰਾਜ਼ ਕਿਉਂਕਿ ਤੱਥਾਂ ਦੇ ਆਧਾਰ ਤੇ ਅਦਾਲਤ ਜ਼ਮਾਨਤ ਦਿੰਦੀ ਹੈ ਨਾ। ਜ਼ਮਾਨਤ ਤੁਸੀਂ ਜਦੋਂ ਜ਼ਮਾਨਤ ਦੀ ਐਪਲੀਕੇਸ਼ਨ ਫਾਈਲ ਕਰਨ ਦਾ ਤੁਹਾਨੂੰ ਅਖਤਿਆਰ ਹੁੰਦਾ ਹੈ। ਹਰ ਮੁਜਰਮ ਨੂੰ ਜ਼ਮਾਨਤ ਨਹੀਂ ਮਿਲਦੀ ਔਰ ਇੰਨੀ ਜਲਦੀ, ਜਿੱਥੇ ਕਿ ਮਰਡਰ ਕੇਸ ਹੋਵੇ ਔਰ ਜਿੱਥੇ ਦੇਸ਼ ਦੀ ਬੈਸਟ ਏਜੰਸੀ ਇਨਵੈਸਟੀਗੇਸ਼ਨ ਕਰ ਰਹੀ ਹੋਵੇ, ਉਹਨਾਂ ਮਾਮਲੇ ਵਿੱਚ ਚਾਰ ਸ਼ੀਟ ਤੋਂ ਪਹਿਲਾਂ ਬਹੁਤ ਘੱਟ ਕੇਸਾਂ ਵਿੱਚ ਜ਼ਮਾਨਤ ਮਿਲਦੀ ਹੈ। ਰਾਦਰ ਮੈਨੂੰ ਕੋਈ ਕੇਸ ਐਸਾ ਪਤਾ ਨਹੀਂ ਹੈ ਜਿੱਥੇ ਕਿ ਚਾਰ ਸ਼ੀਟ ਹਲੇ ਫਾਈਲ ਨਾ ਹੋਵੇ ਤੇ 90 ਦਿਨਾਂ ਤੋਂ ਪਹਿਲਾਂ ਹੀ ਜ਼ਮਾਨਤ ਦਿੱਤੀ ਜਾਵੇ, ਜਿੱਥੇ ਕਿ ਚਾਰਜਸ ਮਰਡਰ ਦੇ ਹੋਣ ਔਰ ਪਹਿਲਾਂ ਚੰਡੀਗੜ੍ਹ ਪੁਲਿਸ ਤੇ ਇਲਜ਼ਾਮ ਲੱਗਾ ਹੋਵੇ, ਫਿਰ ਸੀਬੀਆਈ ਕੋਲ ਕੇਸ ਗਿਆ ਹੋਵੇ ਔਰ ਸੀਬੀਆਈ ਨੇ ਇੰਨੇ ਸਾਲ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਇਹ ਡਿਸੀਜਨ ਲਿੱਤਾ ਹੋਵੇ ਕਿ ਉਹਨਾਂ ਨੇ ਮੁਜਰਮ ਲੱਭ ਲਿਆ, ਉਹਨੂੰ ਅਰੈਸਟ ਕੀਤਾ ਔਰ ਫਿਰ ਉੱਥੇ ਆਈ ਵਿਟਨੈਸ ਅਕਾਊਂਟ ਹੋਣ, ਸਰਕਮਸਟੈਂਸ਼ੀਅਲ ਐਵੀਡੈਂਸ ਹੋਵੇ। ਉਹਨਾਂ ਹਾਲਾਤਾਂ ਵਿੱਚ ਤੁਸੀਂ ਚਾਰ ਸ਼ੀਟ ਦਾ ਇੰਤਜ਼ਾਰ ਕੀਤੇ ਬਿਨਾਂ ਜ਼ਮਾਨਤ ਦੇਣਾ, ਇਹ ਅਨਯੂਜੂਅਲ ਹੈ। ਸਾਡੇ ਮੁਲਕ ਵਿੱਚ ਅਨਯੂਜੂਅਲ ਚੀਜ਼ਾਂ ਹੋ ਜਾਂਦੀਆਂ ਜਿੱਥੇ ਇਨਫਲੂਐਂਸ਼ੀਅਲ ਬੰਦੇ ਮੁਜਰਮ ਬਣਦੇ ਨੇ। ਇਹ ਸਾਡੇ ਮੁਲਕ ਦੀ ਪੁਰਾਣੀ ਹਿਸਟਰੀ ਹੈ ਕਿ ਜਿੱਥੇ ਇਨਫਲੂਐਂਸ ਜਾਂ ਵੱਡੇ ਇਨਫਲੂਐਂਸ਼ੀਅਲ ਬੰਦੇ ਜਾਂ ਅਮੀਰ ਬੰਦੇ ਜਾਂ ਵੱਡੇ ਆਫਿਸਰਸ ਜਾਂ ਉਹਨਾਂ ਦੇ ਬੱਚੇ ਜਦੋਂ ਮੁਜਰਮ ਬਣਦੇ ਨੇ ਤਾਂ ਉੱਥੇ ਇਨਸਾਫ ਉਸ ਤਰ੍ਹਾਂ ਨਹੀਂ ਚੱਲਦਾ ਜਿਸ ਤਰ੍ਹਾਂ ਕਿ ਚੱਲਣਾ ਚਾਹੀਦਾ ਆਮ ਲੋਕਾਂ ਲਈ। ਬਟ ਸਰ, ਉਸ ਦਿਨ ਅਦਾਲਤ ਵਿੱਚ ਹੋਇਆ ਕੀ ਸੀ? ਬਹਿਸ ਹੋਏਗੀ, ਤੁਹਾਡੇ ਵੱਲੋਂ ਵੀ ਕਿਹਾ ਗਿਆ ਹੋ ਗਿਆ ਜ਼ਮਾਨਤ ਦਾ ਵਿਰੋਧ। ਅਦਾਲਤ ਨੂੰ ਅਸੀਂ ਸਭ ਤੋਂ ਪਹਿਲਾਂ ਕਿਹਾ ਸੀ ਕਿ ਦੇਖੋ ਹਲੇ 90 ਦਿਨ ਨਹੀਂ ਹੋਏ, 90 ਦਿਨ ਦੇ ਵਿੱਚ 13 ਸਤੰਬਰ ਨੂੰ 90 ਦਿਨ ਪੂਰੇ ਹੋਣੇ ਨੇ। 13 ਸਤੰਬਰ ਤੋਂ ਤੁਸੀਂ ਬਹਿਸ ਨੂੰ ਡੈਫਰ ਕਰ ਦਿਓ, 13 ਸਤੰਬਰ ਤੋਂ ਬਾਅਦ ਸੁਣ ਲਓ, ਕਿਉਂਕਿ ਸੀਬੀਆਈ ਜੇ 13 ਸਤੰਬਰ ਤੱਕ ਚਾਰਜ ਸ਼ੀਟ ਨਹੀਂ ਫਾਈਲ ਕਰਦੀ ਤਾਂ ਹਰ ਮੁਜਰਮ ਨੂੰ ਜ਼ਮਾਨਤ ਦਾ ਵੈਸੇ ਹੱਕ ਬਚ ਜਾਂਦਾ ਔਰ 13 ਸਤੰਬਰ ਨੂੰ ਜਜਮੈਂਟ ਆਈ ਹੈ ਔਰ ਸੀਬੀਆਈ ਨੇ ਜੇ ਚਾਰਜ ਸ਼ੀਟ ਫਾਈਲ ਕਰ ਦਿੱਤਾ ਫਿਰ ਸਾਨੂੰ ਪਤਾ ਲੱਗ ਜਾਏਗਾ ਕਿ ਕੀ ਚੀਜ਼ਾਂ ਮੁਜਰਮ ਦੇ ਖਿਲਾਫ ਹੈ, ਕਿਉਂਕਿ ਜ਼ਮਾਨਤ ਚਾਰਜ ਸ਼ੀਟ ਨੂੰ ਕੰਸੀਡਰ ਕਰਤੀ ਜਾਂਦੀ ਹੈ ਕਿ ਜੇ ਚਾਰਜ ਸ਼ੀਟ ਦੇ ਵਿੱਚ ਪ੍ਰੀਮਾ ਫੇਸੀ ਐਵੀਡੈਂਸ ਹੈਗਾ
ਤੇ ਤੁਹਾਨੂੰ ਜ਼ਮਾਨਤ ਨਹੀਂ ਮਿਲਦੀ। ਜੇ ਉਹਦੇ 'ਚ ਐਵੀਡੈਂਸ ਘੱਟ ਹੈ ਤੇ ਜ਼ਮਾਨਤ ਮਿਲ ਸਕਦੀ ਹੈ, ਮਗਰ ਆਰਡੀਨਰਲੀ ਚਾਰਜ ਸ਼ੀਟ ਦੇ ਬੇਸ ਤੇ ਹੀ ਮਿਲਦੀ ਹੈ, ਚਾਰਜ ਸ਼ੀਟ ਤੋਂ ਪਹਿਲਾਂ ਨਹੀਂ ਮਿਲਦੀ। ਹੁਣ ਇਸ ਕੇਸ ਵਿੱਚ ਸਭ ਨੂੰ ਪਤਾ ਸੀ ਕਿ ਚਾਰਜ ਸ਼ੀਟ 13 ਸਤੰਬਰ ਆਉਣਾ ਹੈ, ਅਸੀਂ ਸਬਮਿਟ ਵੀ ਕੀਤਾ ਕਿ ਉਸ ਤੱਕ ਵੇਟ ਕਰ ਲਓ। ਉਸ ਤੋਂ ਬਾਅਦ 2 ਸਤੰਬਰ ਨੂੰ ਜਜਮੈਂਟ ਸੁਣੀ ਗਈ, ਫਿਰ ਜਜਮੈਂਟ ਰਿਜ਼ਰਵ ਹੋ ਗਈ। 12 ਤਰੀਕ ਨੂੰ ਚਾਰਜ ਸ਼ੀਟ ਫਾਈਲ ਹੋ ਗਈ, 13 ਦੀ ਮਾਰਨਿੰਗ ਵਿੱਚ ਸਾਰੀ ਅਖਬਾਰਾਂ ਵਿੱਚ ਆ ਗਿਆ, ਔਰ 13 ਨੂੰ 10 ਵਜੇ ਤੋਂ ਬਾਅਦ ਪ੍ਰੋਨਾਉਂਸਮੈਂਟ ਲਿਸਟ ਵਿੱਚ ਇੱਕ ਕੇਸ ਦਾ ਨਾਮ ਆ ਗਿਆ, ਔਰ ਫਿਰ ਪ੍ਰੋਨਾਉਂਸਮੈਂਟ ਹੋ ਗਈ। ਸਾਰੀ ਡਿਸਕਸ਼ਨ ਇੱਕ ਵੀ ਸ਼ਬਦ ਉਸੇ ਚਾਰਜ ਸ਼ੀਟ ਉੱਤੇ ਨਹੀਂ ਹੈ, ਕਿਉਂਕਿ ਚਾਰਜ ਸ਼ੀਟ ਕੋਰਟ ਕੋਲ ਅੱਗੇ ਨਹੀਂ ਸੀ। ਚਾਰਜ ਸ਼ੀਟ ਪ੍ਰੋਸੀਕਿਊਸ਼ਨ ਕੋਲ ਵੀ ਉਸ ਵੇਲੇ ਪ੍ਰੋਸੀਕਿਊਸ਼ਨ ਕੋਲ ਸੀ, ਬਟ ਉਹ ਬਣਾ ਰਹੇ ਸੀ, ਉਹਨਾਂ ਨੇ ਫਾਈਨਲਾਈਜ਼ ਨਹੀਂ ਸੀ ਕੀਤੀ। ਕੰਪਲੇਨੈਂਟ ਕੋਲ ਨਹੀਂ ਸੀ, ਪਟੀਸ਼ਨਰ ਦੇ ਵਕੀਲ ਕੋਲ ਨਹੀਂ ਸੀ, ਜੱਜ ਸਾਹਿਬ ਕੋਲ ਨਹੀਂ ਸੀ। ਤੇ ਜਦੋਂ ਚਾਰਜ ਸ਼ੀਟ ਤੁਹਾਡੇ ਕੋਲ ਨਹੀਂ ਹੈ, ਉਹ ਹਾਲਾਤਾਂ ਦੇ ਵਿੱਚ ਤੁਸੀਂ ਜ਼ਮਾਨਤ ਫਿਰ ਵੀ ਦੇ ਸਕਦੇ ਹੋ ਜੇ ਬੰਦਾ ਬਹੁਤ ਬਜ਼ੁਰਗ ਹੋਵੇ, ਜੇ ਬਿਮਾਰ ਹੋਵੇ। ਮਗਰ ਜੇ ਤੁਸੀਂ ਮੈਰਿਟਸ ਤੇ ਕਹਿਣਾ ਹੋਵੇ, ਜਿਸ ਤਰ੍ਹਾਂ ਜਜਮੈਂਟ ਦੇ ਵਿੱਚ ਵਿਟਨੈਸ ਆਫਟਰ ਵਿਟਨੈਸ ਦੇ ਉੱਤੇ ਕਮੈਂਟ ਕੀਤਾ ਗਿਆ, ਹਲੇ ਚਾਰਜ ਸ਼ੀਟ ਤੁਹਾਡੇ ਕੋਲ ਹੈ ਨਹੀਂ, ਬਾਕੀ ਐਵੀਡੈਂਸ ਤੁਹਾਡੇ ਕੋਲ ਹੈ ਨਹੀਂ, ਤੁਸੀਂ ਹਾਊ ਕੈਨ ਤੁਸੀਂ ਕਿਸੇ ਵਿਟਨੈਸ ਦੇ ਬਾਰੇ ਕਿਵੇਂ ਕਹਿ ਸਕਦੇ ਹੋ ਕਿ ਇਹ ਵਿਟਨੈਸ ਸੱਚਾ ਹੈ ਝੂਠਾ। ਦੇਖੋ ਕੁਝ ਸਟੈਂਡਰਡ ਨੋਰਮਸ ਹੈ, ਕੁਝ ਜਜਮੈਂਟ ਨੂੰ ਜੋ ਜਜਮੈਂਟ ਜਿਹੜੀ ਜ਼ਮਾਨਤ ਦੀ ਹੁੰਦੀ ਹੈ ਉਹ ਇੱਕ ਬੇਸਿਕ ਕੰਸੀਡਰੇਸ਼ਨ ਤੇ ਹੁੰਦੀ ਹੈ। ਕੋਈ ਓਵਰ ਦਾ ਟਾਈਮ ਜੁਡੀਸ਼ੀਅਲ ਪ੍ਰਿੰਸੀਪਲਸ ਇਵੋਲਵ ਹੋਏ ਨੇ, ਉਹਨਾਂ ਵਿੱਚ ਸਭ ਤੋਂ ਵੱਡਾ ਪ੍ਰਿੰਸੀਪਲ ਹੈ ਕਿ ਤੁਸੀਂ ਐਵੀਡੈਂਸ ਨੂੰ ਜਿੱਦਾਂ ਹੈਗਾ ਉਦਾਂ ਐਕਸੈਪਟ ਕਰਨਾ। ਤੁਸੀਂ ਬੇਲ ਵੇਲੇ ਨਹੀਂ ਕਹਿ ਸਕਦੇ ਕਿ ਕੋਈ ਵਿਟਨੈਸ ਝੂਠਾ ਹੈ ਜਾਂ ਕੋਈ ਵਿਟਨੈਸ ਸੱਚਾ ਹੈ। ਤੁਸੀਂ ਸਰਕਮਸਟੈਂਸ ਦੇਖ ਸਕਦੇ ਹੋ, ਏਜ ਦੇਖ ਸਕਦੇ ਹੋ, ਇਹ ਦੇਖ ਸਕਦੇ ਹੋ ਕਿ ਇਨਕਿਊਜ਼ ਟ੍ਰਾਇਲ ਲਈ ਇੱਥੇ ਇੰਡੀਆ 'ਚ ਰਹੇਗਾ, ਤੁਸੀਂ ਜ਼ਮਾਨਤ ਵਧਾ ਸਕਦੇ ਹੋ। ਤੁਸੀਂ ਬਾਕੀ ਬਟ ਤੁਸੀਂ ਗ੍ਰੈਵਿਟੀ ਆਫ ਕ੍ਰਾਈਮ ਦੇਖ ਸਕਦੇ ਹੋ, ਤੁਹਾਨੂੰ ਸਟੇਟਸ ਆਫ ਅਕਿਊਜ਼ ਵੀ ਦੇਖਣਾ ਪੈਣਾ, ਉਹਦਾ ਇਨਫਲੂਐਂਸ ਅਬਿਲਿਟੀ ਵੀ ਦੇਖਣੀ ਪੈਣੀ। ਇਹ ਬਾਰ-ਬਾਰ ਕਿਹਾ ਗਿਆ ਕਿ ਜਦੋਂ ਬੇਲ ਐਪਲੀਕੇਸ਼ਨ ਉਹਦੇ ਤੁਸੀਂ ਕਮੈਂਟ ਨਾ ਕਰੋ, ਕਿਉਂਕਿ ਇਹ ਕਮੈਂਟਸ ਟ੍ਰਾਇਲ ਕੋਰਟ ਨੂੰ ਪ੍ਰਭਾਵਿਤ ਕਰੇਗਾ। ਜਦੋਂ ਮੁਕੱਦਮਾ ਚੱਲਦਾ ਹੈ, ਜਦੋਂ ਗਵਾਹਾਂ ਨੂੰ ਕ੍ਰਾਸ ਕੁਐਸਚਨਿੰਗ ਹੁੰਦੀ ਹੈ, ਉਦੋਂ ਪਤਾ ਚੱਲਦਾ ਹੈ ਕਿ ਗਵਾਹ ਸੱਚਾ ਕਿ ਝੂਠਾ। ਤੁਸੀਂ ਸਿੰਪਲੀ ਇੱਕ ਸੀਬੀਆਈ ਜਾਂ ਚੰਡੀਗੜ੍ਹ ਪੁਲਿਸ ਦੇ ਰਿਕਾਰਡਡ ਸਟੇਟਮੈਂਟ ਤੋਂ ਪੜ੍ਹ ਕੇ ਇਹ ਨਹੀਂ ਕਹਿ ਸਕਦੇ ਕਿ ਗਵਾਹ ਸੱਚਾ ਹੈ ਝੂਠਾ। ਹਮੇਸ਼ਾ ਜ਼ਮਾਨਤ ਦੇ ਵੇਲੇ ਇਹ ਜੋ ਗਵਾਹ ਕਹਿੰਦਾ ਉਹਨੂੰ ਸੱਚਾ ਹੀ ਮੰਨਿਆ ਜਾਂਦਾ, ਔਰ ਉਸ ਤੇ ਬੇਸਿਸ ਤੇ ਜ਼ਮਾਨਤ ਦਿੱਤੀ ਜਾਂਦੀ ਹੈ ਜਾਂ ਰਿਜੈਕਟ ਕੀਤੀ ਜਾਂਦੀ ਹੈ। ਇਹ ਕਦੀ ਨਹੀਂ ਹੁੰਦਾ ਕਿ ਤੁਸੀਂ ਚਾਰਜ ਸ਼ੀਟ ਦੇ ਜਿਹੜੀਆਂ ਸਟੇਟਮੈਂਟਾਂ ਰਿਕਾਰਡ ਕੀਤੀਆਂ ਉਸ ਤੇ ਕਮੈਂਟ ਵੀ ਕਰੋ ਔਰ ਕਹੋ ਕਿ ਇਹ ਜਿਹੜਾ ਹੈਗਾ ਗਵਾਹ ਸੱਚ ਨਹੀਂ ਬੋਲ ਰਿਹਾ, ਇਹ ਝੂਠਾ ਬੋਲ ਰਿਹਾ, ਔਰ ਉਸ ਤੋਂ ਬਾਅਦ ਤੁਸੀਂ ਪੂਰੀ ਜਜਮੈਂਟ ਲਿਖ ਦਿਓ ਜਿੱਦਾਂ ਕਿ ਤੁਸੀਂ ਫਾਈਨਲ ਜਜਮੈਂਟ ਲਿਖ ਰਹੇ ਹੋ। 50 ਪੇਜ ਦੀ ਜਜਮੈਂਟ ਜ਼ਮਾਨਤ ਦੇ ਵਿੱਚ ਬਹੁਤ ਰੇਅਰ ਹੁੰਦੀ ਹੈ। ਫਿਰ ਬਹੁਤ ਅੱਛਾ ਘੱਟ ਲਿਖੀ ਜਾਂਦੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਕਿਉਂ ਤੁਹਾਡੀ ਗੱਲ ਸੁਣੀ ਨਹੀਂ ਗਈ? सुनी नहीं गई। क्लियर है कि सिखो बार बार सुप्रीम को है कि ਜਿਹੜਾ ਸਟੇਟਸ ਆਫ ਅਕਿਊਜ਼ਡ ਹੈ ਉਹ ਇੰਪੋਰਟੈਂਟ ਹੈ। ਆਪ ਦੇਖਿਆ ਕੋਈ ਮਿਨਿਸਟਰ ਦਾ ਮੁੰਡਾ ਲਖੀਮ ਕੇ ਖੇਰੇ ਵੀ ਦੇਖਿਆ ਨਾ ਕਿੰਨੀ ਜਲਦੀ ਹਾਈ ਕੋਰਟ ਨੇ ਦੇ ਦਿੱਤੀ ਸੀ ਜ਼ਮਾਨਤ, ਕਿਉਂਕਿ ਹੋਮ ਮਿਨਿਸਟਰ ਦਾ ਜਾਂ ਉਹਦਾ ਲੜਕਾ ਇਨਵੋਲਵ ਸੀ, ਇੰਨੇ ਹੀਨਸ ਕ੍ਰਾਈਮ ਹੋਵੇ ਉਦੋਂ ਵੀ ਜ਼ਮਾਨਤ ਦੇ ਦਿੱਤੀ ਸੀ। ਸੋ ਜਿੱਥੇ ਹਾਈ ਪ੍ਰੋਫਾਈਲ ਬੰਦੇ ਆਉਂਦੇ ਸਾਡੇ ਮੁਲਕ ਵਿੱਚ ਬੜਾ ਪੁਰਾਣਾ ਟ੍ਰੈਡੀਸ਼ਨ ਹੈ ਕਿ ਜਿੱਥੇ ਹਾਈ ਪ੍ਰੋਫਾਈਲ ਬੰਦੇ ਹੈ, ਇਨਫਲੂਐਂਸ਼ੀਅਲ ਬੰਦੇ ਆ, ਅਮੀਰ ਬੰਦੇ ਹੈ, ਉੱਥੇ ਇਨਸਾਫ ਲੈਣਾ ਕੰਪਲੇਨੈਂਟ ਪਾਰਟੀ ਲਈ ਬਹੁਤ ਮੁਸ਼ਕਿਲ ਹੈ, ਬੈਸਟ ਆਫ ਏਜੰਸੀ ਲਈ ਬਹੁਤ ਮੁਸ਼ਕਿਲ ਹੈ। ਇਹ ਅਜ਼ੰਪਸ਼ਨ ਜ਼ਿਆਦਾ ਉਲਟੀ ਹੈ। ਜੇ ਤੁਸੀਂ ਸਾਰੀਆਂ ਜਜਮੈਂਟਸ ਪੜ੍ਹੋ ਸੁਪਰੀਮ ਕੋਰਟ ਦੀਆਂ ਤਾਂ ਉਹਨਾਂ ਨੇ ਕਿਹਾ ਕਿ ਸਟੇਟਸ ਦਾ ਅਕਿਊਜ਼ ਬਹੁਤ ਜ਼ਰੂਰੀ ਦੇਖਣਾ, ਉਹਦੀ ਜਿਹੜੀ ਅਬਿਲਿਟੀ ਟੂ ਇਨਫਲੂਐਂਸ ਦ ਵਿਟਨੈਸਿਸ ਇਹ ਦੇਖਣਾ ਜ਼ਰੂਰੀ ਹੈ। ਔਰ ਟ੍ਰਾਇਲ ਕੋਰਟ ਨੇ ਬਿਲਕੁਲ ਠੀਕ ਕਿਹਾ ਸੀ ਕਿ ਬਈ ਅਸੀਂ ਇਸ ਵੇਲੇ ਪਹਿਲਾਂ ਤਾਂ ਅਕਿਊਜ਼ ਬਣੇ ਨਹੀਂ ਸੀ, ਉਸ ਵੇਲੇ ਵਿਟਨੈਸ ਨੂੰ ਕੋਈ ਫਿਕਰ ਨਹੀਂ ਸੀ, ਬਟ ਹੁਣ ਜਦੋਂ ਇੱਕ ਹਾਈ ਕੋਰਟ ਦੀ ਲੜਕੀ ਨੂੰ ਅਕਿਊਜ਼ ਬਣਾਇਆ ਜਾਏ ਜੱਜ ਦੇ, ਤੇ ਉਸ ਵੇਲੇ ਵਿਟਨੈਸ ਨੂੰ ਜਿਹੜਾ ਖਤਰਾ ਜਾਂ ਵਿਟਨੈਸ ਦਾ ਇਨਫਲੂਐਂਸ ਬਹੁਤ ਵੱਧ ਜਾਂਦਾ ਹੈਗਾ। ਇਸ ਲਈ ਉਹਨਾਂ ਨੇ ਕਿਹਾ ਕਿ ਇਸ ਸਟੇਜ ਤੇ ਮੈਂ ਜ਼ਮਾਨਤ ਨਹੀਂ ਦੇ ਰਹੀ। ਸਬਸੀਕੁਐਂਟਲੀ ਜਦੋਂ ਸਟੇਟਮੈਂਟਸ ਹੋ ਜਾਣਗੀਆਂ ਉਦੋਂ ਦੇਖਿਆ ਜਾ ਸਕਦਾ ਹੈ, ਕਿਉਂਕਿ ਆਰਡੀਨਰਲੀ ਜਿੱਥੇ ਇਦਾਂ ਦੇ ਕੇਸ ਹੈ ਜਿੱਥੇ ਸਭ ਤੋਂ ਕਮਜ਼ੋਰ ਵਿਟਨੈਸ ਹੈ, ਜਿਹੜੇ ਇਨਫਲੂਐਂਸ ਹੋ ਸਕਦੇ ਆ, ਜਿਨ੍ਹਾਂ ਨੂੰ ਤੁਸੀਂ ਮੰਨ ਨਹੀਂ ਦੇ ਸਕਦੇ, ਉਹਨਾਂ ਨੂੰ ਡਰਾਇਆ ਜਾ ਸਕਦਾ ਹੈ, ਉਸ ਵੇਲੇ ਉਹਨਾਂ ਦੀ ਸਟੇਟਮੈਂਟ ਕੋਰਟ ਵਿੱਚ ਹੋ ਜਾਏ, ਉਸ ਤੋਂ ਬਾਅਦ ਤੁਸੀਂ ਜ਼ਮਾਨਤ ਕੰਸੀਡਰ ਕਰਦੇ। ਹਰ ਰੋਜ਼ ਦੀ ਗੱਲ ਹੈ, ਕੋਈ ਨਵੀਂ ਗੱਲ ਨਹੀਂ ਮੈਂ ਕਹਿ ਰਿਹਾ। ਆਮ ਤੌਰ ਤੇ ਸੀਰੀਅਸ ਕ੍ਰਾਈਮ ਦੇ ਵਿੱਚ ਕਦੀ ਵੀ ਆਰਗੇਨਾਈਜ਼ਡ ਕ੍ਰਾਈਮ ਦੇ, ਕਿਉਂਕਿ ਆਰਗੇਨਾਈਜ਼ਡ ਕ੍ਰਾਈਮ ਹੈ, ਕੋਈ ਪੈਸ਼ਨ ਦਾ ਕ੍ਰਾਈਮ ਨਹੀਂ ਹੈ ਕਿ ਅਸੀਂ ਮੂਵਮੈਂਟ ਤੇ ਗੁੱਸਾ ਆਇਆ ਤੇ ਗੋਲੀ ਮਾਰਤੀ। ਇਹ ਆਰਗੇਨਾਈਜ਼ਡ ਕ੍ਰਾਈਮ ਹੈ, ਪਲਾਨ ਹੋਇਆ, ਈਮੇਲਸ ਆਈਆਂ, ਬੁਲਾਇਆ ਗਿਆ ਇੱਕ ਸਪੌਟ ਤੇ, ਫਿਰ ਮਰਡਰ ਹੋਇਆ। ਸੋ ਜਿਹੜਾ ਆਰਗੇਨਾਈਜ਼ਡ ਮਰਡਰ ਹੁੰਦਾ ਬਹੁਤ ਜ਼ਿਆਦਾ ਸੀਨੀਅਸ ਵੀ ਹੁੰਦਾ, ਸੀਰੀਅਸ ਵੀ ਹੁੰਦਾ, ਉਸ ਤੇ ਐਵੀਡੈਂਸ ਵੀ ਥੋੜਾ ਔਖਾ ਮਿਲਦਾ ਹੈ। ਪਰ ਉਹ ਜਿਹੜਾ ਆਰਗੇਨਾਈਜ਼ ਕਰ ਸਕਦੇ ਮਰਡਰ, ਉਹ ਆਰਗੇਨਾਈਜ਼ ਇਨਫਲੂਐਂਸ ਵਿਟਨੈਸ ਨੂੰ ਡਰਾ ਨਹੀਂ ਸਕਦੇ। ਸੋ ਇਸੇ ਕਰਕੇ ਪੁਰਾਣੇ ਜਿਹੜੇ ਲਾਈਫ ਜਿਹੜਾ ਏਜ ਓਲਡ ਪ੍ਰਿੰਸੀਪਲਸ ਆਫ ਬੇਲ ਹੈ ਕਿ ਜਿਹੜੀ ਅਬਿਲਿਟੀ ਆਫ ਦਾ ਅਕਿਊਜ਼ਡ ਹੈ, ਔਰ ਇਸ ਵੇਲੇ ਜੋ ਵੀ ਇਨਵੈਸਟੀਗੇਟਿੰਗ ਏਜੰਸੀ ਨੇ ਐਵੀਡੈਂਸ ਇਕੱਠਾ ਕੀਤਾ ਉਹਦੇ ਬੇਸ ਤੇ ਦੇਣੀ ਹੈ, ਨਾ ਕਿ ਤੁਸੀਂ ਕਹੋ ਕਿ ਇਨਵੈਸਟੀਗੇਟਿੰਗ ਏਜੰਸੀ ਕੰਪਲੇਨੈਂਟ ਦੇ ਇਨਫਲੂਐਂਸ ਥੱਲੇ। ਜੀਪੀ ਸਿੱਧੂ ਜੀ, ਤੁਸੀਂ ਖੁਦ ਇੱਕ ਵਕੀਲ ਹੋ। ਕਲਿਆਣੀ ਸਿੰਘ ਦੇ ਵਕੀਲ ਸਰਤੇਜ ਨਰੂਲਾ ਨਾਲ ਨਿਊਜ਼ ਡੇਟਲਾਈਨ ਨੇ ਗੱਲ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਬੇਵਜ੍ਹਾ ਕਲਿਆਣੀ ਸਿੰਘ ਨੂੰ ਫਸਾਇਆ ਜਾ ਰਿਹਾ
ਸਭ ਤੋਂ ਪਹਿਲਾਂ ਮੈਮ ਪਹਿਲੀ ਗੱਲ ਤਾਂ ਅਸੀਂ from the day one we are saying that the whole family is involved in this murder from the day one because ਜਿਸ ਦਿਨ ਰਾਤ ਨੂੰ ਮਦਰ ਦੀ ਉੱਥੇ ਗੱਲ ਹੋਈ ਹੈ ਮਦਰ ਨੇ ਉਸ ਦਿਨ ਹੀ ਪਹਿਲੇ ਦਿਨ ਕਹਿਤਾ ਸੀਗਾ ਕਿ ਕਲਿਆਣੀ ਨਾਲ ਹੈ ਸਿੱਪੀ ਦੇ ਐਂਡ ਅਸੀਂ ਕਿਸੇ ਨੂੰ ਬੇਵਜ੍ਹਾ ਕਿਉਂ ਫਸਾਵਾਂਗੇ ਸਾਨੂੰ ਤਾਂ ਸਾਰਾ ਕੁਝ ਪਤਾ ਹੈ ਕਿ what is the motive and what is everything ਚਲੋ ਮੈਂ ਲੀਗਲ ਪੁਆਇੰਟਸ ਤੇ ਗੱਲ ਕਰਨਾ ਚਾਹੁੰਦਾ ਜੀ ਮੈਂ ਬੈਂਸ ਸਾਹਿਬ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਇੱਥੇ ਆ ਹਿੰਦੁਸਤਾਨ ਹੈ ਜੀ ਇੱਥੇ ਇਨਫਲੂਐਂਸ਼ੀਅਲ ਲੋਕਾਂ ਵਾਸਤੇ ਹੋਰ ਕਾਨੂੰਨ ਹੈ ਦੂਜੇ ਬੰਦਿਆਂ ਵਾਸਤੇ ਹੋਰ ਕਾਨੂੰਨ ਹੈ ਆ ਮੇਰੇ ਕੋਲੇ ਜੀ ਜੱਜਮੈਂਟ ਪਈ ਹੈ ਦਿਸ ਇਜ਼ ਅ 49 ਪੇਜ ਜੱਜਮੈਂਟ ਪਹਿਲੀ ਗੱਲ ਮੈਂ ਵੀ ਉਸ ਦਿਨ ਜਦੋਂ ਹੀਅਰਿੰਗ ਹੋਈ ਸੀਗੀ ਬੈਂਸ ਸਾਹਿਬ ਵੀ ਉੱਥੇ ਸੀਗੇ ਦੂਜੇ ਲਾਇਰਸ ਵੀ ਉੱਥੇ ਸੀ ਮੈਂ ਵੀ ਉੱਥੇ ਸੀਗਾ ਸੋ ਘੰਟਾ ਸਵਾ ਘੰਟਾ ਹੀਅਰਿੰਗ ਹੋਈ ਹੈ ਸਾਡੇ ਕੌਂਸਲ ਸਾਹਿਬ ਨੂੰ ਬੈਂਸ ਸਾਹਿਬ ਨੂੰ ਸਿਰਫ ਮੈਨੂੰ ਲੱਗਦਾ 10-15 ਮਿੰਟ ਸੁਣਿਆ ਗਿਆ ਚਲੋ ਠੀਕ ਹੈ ਉਹ ਆ ਹੁਣ 49 ਪੇਜ ਦੀ ਜੱਜਮੈਂਟ ਹੈ ਇਸ ਤੁਸੀਂ ਮੰਨੋਗੇ ਨਹੀਂ ਸਾਡੇ ਜਿਹੜੇ ਕੌਂਸਲ ਨੇ ਬਹਿਸ ਕੀਤੀ ਹੈ ਉਹ ਕੁਝ ਮੈਂਸ਼ਨ ਹੀ ਕੀਤਾ ਸਿਰਫ 3-4 ਲਾਈਨਾਂ ਮੈਂਸ਼ਨ ਕੀਤੀਆਂ ਐਂਡ ਮੈਂ ਤੁਹਾਡੇ ਨਾਲ ਇੱਕ ਹੋਰ ਗੱਲਾਂ ਵੀ ਇੰਪੋਰਟੈਂਟ ਗੱਲਾਂ ਡਿਸਕਸ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਆਹ ਜੀ this is Justice Sureshwar Thakur and this is Justice Sabina right so ਸਭ ਤੋਂ ਪਹਿਲਾਂ ਆਹ ਕੇਸ ਜਸਟਿਸ ਚਿਤਕਾਰਾ ਸਾਹਿਬ ਕੋਲੇ ਆ ਗਿਆ ਸੀਗਾ I really respect him a lot I mean he was a very upright person he called us and he's asked us ਕਹਿੰਦਾ he hails from Himachal Pradesh that's why he said ki you want that I am also from Himachal I am recusing from the case if you want me to hear it you can give a affidavit for that ਅਸੀਂ we didn't file a affidavit ਹੁਣ ਸਭ ਤੋਂ ਪਹਿਲਾਂ ਜਿਹੜੀਆਂ ਮੇਰੀਆਂ ਗੱਲਾਂ ਪੁਆਇੰਟਸ ਤੇ ਮੈਂ ਗੱਲ ਕਰੂੰਗਾ ਫੈਕਟਸ ਤੇ ਗੱਲਾਂ ਕਰੂੰਗਾ ਚਲੋ ਜ਼ਮਾਨਤ ਦੇ ਨਹੀਂ ਸੀ ਦੇ ਦਿੰਦੇ ਬਟ ਜਿਹੜਾ ਕੁਝ ਸਾਡੇ ਕੌਂਸਲ ਸਾਹਿਬ ਨੇ ਬਹਿਸ ਕੀਤੀ ਹੈ why they didn't wrote in the judgment ਅਸੀਂ we are giving a administrative complaint to the Chief Justice of India also we are giving the administrative complaint to the Chief Justice of Honorable Punjab and Haryana High Court also ਅਸੀਂ ਉੱਥੇ in the judgment ਤੁਸੀਂ ਮੰਨੋਗੇ ਨਹੀਂ Honorable Judge Saab, I want to ask you why in your judgment you didn't mention WhatsApp message of Justice Sabina to her daughter Kalyani that is best of luck on the day of the murder of Sippi Sidhu. And Kalyani replied to that, anxiety level is on a high rise. Why? Because we placed it on record. Why? ਜ਼ਮਾਨਤ ਦੇਣੀ ਸੀ ਦੇ ਦਿੰਦੇ ਬਟ ਜਿਹੜੀ ਸਾਡੇ ਕੌਂਸਲ ਸਾਹਿਬ ਵੱਲੋਂ ਬਹਿਸ ਕੀਤੀ ਸੀਗੀ ਉਹ ਕਿਉਂ ਨਹੀਂ ਮੈਂਸ਼ਨ ਕੀਤੀ ਗਈ ਹੋਰ ਜਿਹੜੀਆਂ ਗੱਲਾਂ ਹੈਗੀਆਂ ਜਿਹੜੀਆਂ ਅਸੀਂ ਇੱਕ ਇਹਦੇ ਮੈਂ ਤੁਹਾਨੂੰ ਹੁਣ ਮੋਟਿਵ ਦੱਸਦਾ ਮਰਡਰ ਦਾ ਕੀ ਸੀਗਾ ਮੋਟਿਵ ਵਾਸ ਸਾਡੇ ਆ ਫੈਮਿਲੀ ਨਾਲ 30 ਸਾਲ ਦੇ ਰਿਲੇਸ਼ਨ ਸੀਗੇ ਸ਼ੀ ਵਾਂਟਡ ਟੂ ਮੈਰੀ ਮਾਈ ਬ੍ਰਦਰ she was having physical relations with her maternal uncle and numerous other people we have all the evidence with regard to that we placed it that record because this shows the motive main akhna chahna hai why in your judgment you didn't mention nude pictures of Kalyani having oral sex with her maternal uncle which were clicked by her maternal uncle and which Sippi shared with Kalyani's parents and telling about that he can't marry Kalyani also numerous other snaps of Kalyani having sex with other people this was the real motive of murder our counsel placed that on record why it is not mentioned in the judgment chalo aa ta hor galla hai main hun jehdi sar naਲੋਂ important ਗੱਲ ਕਰਨਾ ਚਾਹ ਰਿਹਾ ਮੈਮ 302 ਦਾ ਮਾਮਲਾ ਸੀਗਾ ਆ ਕੋਈ ਛੋਟਾ ਨਹੀਂ ਹੈ 302 ਦਾ ਮਾਮਲਾ ਸੀ 120B ਦਾ ਕ੍ਰਿਮੀਨਲ ਕਨਸਪੀਰੇਸੀ ਦਾ ਮਾਮਲਾ ਸੀਗਾ 201 ਡਿਸਟਰਕਸ਼ਨ ਆਫ ਐਵੀਡੈਂਸ ਦਾ ਮਾਮਲਾ ਸੀ ਤੁਸੀਂ ਹਿਸਟਰੀ ਚੱਕ ਕੇ ਦੇਖ ਲਓ 302 ਦਾ ਮਾਮਲਾ ਹੋਵੇ ਮਰਡਰ ਕੇਸ ਹੋਵੇ ਕਿਹੜੇ ਬੰਦੇ ਨੂੰ 90 ਦਿਨ ਤੋਂ ਪਹਿਲਾਂ ਜ਼ਮਾਨਤ ਮਿਲਦੀ ਹੈ ਤੁਸੀਂ ਆਮ ਕੇਸਾਂ 'ਚ ਵੀ ਡੇਢ ਸਾਲ ਤੱਕ ਜ਼ਮਾਨਤ ਨਹੀਂ ਮਿਲਦੀ ਜਿਹੜੇ ਕੋਈ ਛੋਟੇ ਮੋਟੇ ਕੇਸਿਸ ਵੀ ਹੁੰਦੇ ਆ ਐਂਡ ਜਿਹੜੀ ਦੂਸਰੀ ਇੰਪੋਰਟੈਂਟ ਗੱਲ ਮੈਂ ਕਹਿਣਾ ਚਾਹੁੰਦਾ ਜਿਹੜੀ ਇਹਨਾਂ ਨੇ ਜੱਜ ਸਾਹਿਬ ਨੇ ਜਜਮੈਂਟ ਰੱਖੀ ਹੈ ਉਹ ਜਿਹੜੀ ਪਿਛਲੀ ਅਨਟ੍ਰੇਸ ਰਿਪੋਰਟ ਹੈ ਉਸ ਤੇ ਦੇਤੀ ਦੇਖੋ ਜੀ ਕਲਿਆਣੀ ਵਾਸ ਅਰੈਸਟਡ ਔਨ 15th ਜੂਨ ਰਾਈਟ ਸੋ 90 ਡੇਜ਼ 13th ਨੂੰ ਹੋਣੇ ਸੀਗੇ 13 ਸਪਟੈਂਬਰ ਨੂੰ ਸੋ ਸੀਬੀਆਈ ਨੇ ਆਪਦਾ ਕੰਮ ਕਰਤਾ ਯੂ ਹੈਵ ਟੂ ਫਾਈਲ ਦ ਚਾਰਜ ਸ਼ੀਟ ਵਿਦ ਇਨ 90 ਡੇਜ਼ ਸੀਬੀਆਈ ਨੇ 12 ਸਤੰਬਰ ਨੂੰ ਚਾਰਜ ਸ਼ੀਟ ਫਾਈਲ ਕਰਤੀ ਐਂਡ ਨਿਊਜ਼ 'ਚ ਆ ਗਈ ਸਾਡੇ ਕੋਲੇ ਵੀ ਹਜੇ ਚਾਰਜ ਸ਼ੀਟ ਦੀ ਕਾਪੀ ਨਹੀਂ ਲੱਗੀ ਬਿਕੋਜ਼ ਹਾਂ ਅਸੀਂ ਆਫ ਦਾ ਰਿਕਾਰਡ ਪਹਿਲੇ 5-7 ਪੇजेस ਨੂੰ ਪੜ੍ਹ ਲਿਆ ਬਿਕੋਜ਼ ਉਹ ਤਾਂ ਹੁਣ ਸਾਰਿਆਂ ਕੋਲੇ ਉੱਥੇ ਕੋਰਟ 'ਚ ਪੇਸ਼ ਕਰਤੀ ਅਸੀਂ ਸਰਟੀਫਾਈਡ ਕਾਪੀ ਅਪਲਾਈ ਕੀਤੀ ਹੋਈ ਹੈ ਉੱਥੇ ਹੁਣ 12 ਸਤੰਬਰ ਨੂੰ ਇਹਨਾਂ ਨੇ ਚਾਰਜ ਸ਼ੀਟ ਫਾਈਲ ਕਰਤੀ 13 ਸਤੰਬਰ ਨੂੰ ਸ਼ਾਮ ਨੂੰ ਕਾਜ਼ ਲਿਸਟ ਆਉਂਦੀ ਹੁੰਦੀ ਹੈ ਤੁਹਾਨੂੰ ਪਤਾ ਚੱਲ ਜਾਂਦਾ ਹੁੰਦਾ ਇਹ ਕੇਸ ਅੱਗੇ ਲੱਗਿਆ ਪ੍ਰੋਨਾਂਸਮੈਂਟ ਵਾਸਤੇ ਸ਼ਾਮ ਤੱਕ ਕੁਝ ਨਹੀਂ ਸੀਗਾ 13 ਤਰੀਕ ਨੂੰ ਸਵੇਰੇ 9:45 ਵਜੇ ਇਹਨਾਂ ਨੇ ਛੇਤੀ ਕਾਲੀ ਜਜਮੈਂਟ ਦੇ ਦਿੱਤੀ ਹੈ ਐਂਡ how it's because we have the right we are the victims my mother is the victim we are the aggrieved parties we have the right we can because we can say it because ਅਸੀਂ ਨਹੀਂ ਜੇ ਆਹ ਗੱਲਾਂ ਆਖਾਂਗੇ ਹੋਰ ਕੌਣ ਆਖੂਗਾ
ਇਹਨਾਂ ਨੇ ਕਾਲੀ ਕਾਲੀ ਜਜਮੈਂਟ ਦੇਤੀ ਐਂਡ ਜੱਜ ਸਾਹਿਬ ਨੇ ਜਿਹੜੀ ਚਾਰ ਸ਼ੀਟ ਅਸੀਂ ਨਿਊਜ਼ਪੇਪਰ ਰਿਪੋਰਟਸ ਕਟਿੰਗ ਪੜੀਆਂ, ਸ਼ੀ ਫਾਇਰਡ 2 ਗਨ ਸ਼ਾਟਸ। ਬੈਂਸ ਸਾਹਿਬ ਮੈਂ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ, ਸੀਬੀਆਈ ਦੀ ਜਾਂਚ ਤੇ ਜਿਹੜੀ ਹਾਈ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਸੀਬੀਆਈ ਨੇ ਝੂਠੇ ਗਵਾਹ ਖੜੇ ਕੀਤੇ ਕਲਿਆਣੀ ਨੂੰ ਫਸਾਉਣ ਲਈ, ਇਸ ਤੇ ਤੁਸੀਂ ਕੀ ਕਹੋਗੇ? ਇਸ ਦਾ ਕੋਰਟ ਕੋਲ ਕੋਈ ਇਹੋ ਜਿਹਾ ਐਵੀਡੈਂਸ ਹੈ ਹੀ ਨਹੀਂ। ਕੋਰਟ ਹਲੇ ਕਮੈਂਟ ਵੀ ਨਹੀਂ ਕਰ ਸਕਦੀ ਕਿਉਂਕਿ ਐਵੀਡੈਂਸ ਦੇ ਝੂਠ ਔਰ ਸੱਚ ਦਾ ਹੁੰਦਾ ਜਦੋਂ ਵਿਟਨੈਸ ਹੁੰਦਾ, ਜੋ ਵਿਟਨੈਸ ਨੇ ਐਗਜ਼ਾਮੀਨੇਸ਼ਨ ਚੀਫ ਵਿੱਚ ਕਿਹਾ ਉਹਨੂੰ ਜਦੋਂ ਟੈਸਟ ਕੀਤਾ ਜਾਂਦਾ ਉਹਦੀ ਸੱਚਾਈ ਨੂੰ ਕ੍ਰਾਸ ਐਗਜ਼ਾਮੀਨੇਸ਼ਨ ਦੇ ਵਿੱਚ, ਤੇ ਉਹਨੂੰ ਫਿਰ ਬਾਕੀ ਸਰਕਮਸਟੈਂਸਿਸ ਦੇ ਵਿੱਚ ਮਿਲਾਇਆ ਜਾਂਦਾ, ਫਿਰ ਪਤਾ ਲੱਗਦਾ ਕਿ ਵਿਟਨੈਸ ਸੱਚ ਬੋਲ ਰਿਹਾ ਜਾਂ ਝੂਠ ਬੋਲ ਰਿਹਾ। ਐਟ ਦਿਸ ਸਟੇਜ ਵਿੱਚ ਤੁਸੀਂ ਬਿਲਕੁਲ ਨਹੀਂ ਕਹਿ ਸਕਦੇ, ਕੋਈ ਬੰਦਾ ਨਹੀਂ ਕਹਿ ਸਕਦਾ ਕਿ ਵਿਟਨੈਸ ਸੱਚਾ ਹੈ ਕਿ ਵਿਟਨੈਸ ਝੂਠਾ। ਜੇ ਵਿਟਨੈਸ ਕਹਿੰਦਾ ਕਿ ਮੈਂ ਲੇਟ ਦੱਸਿਆ ਕਿਉਂਕਿ ਮੈਂ ਡਰਿਆ ਹੋਇਆ ਸੀ, ਇਹ ਪਰਿਵਾਰ ਇਨਫਲੂਐਂਸ਼ੀਅਲ ਹੈ ਜਾਂ ਜੱਜ ਸਾਹਿਬ ਦੀ ਲੜਕੀ ਹੈ ਤਾਂ ਮੈਨੂੰ ਡਰ ਲੱਗਦਾ ਸੀ, ਮੈਂ ਨਹੀਂ ਪਹਿਲਾਂ ਬੋਲਿਆ, ਇਹਦਾ ਮਤਲਬ ਇਹ ਕਦੀ ਨਹੀਂ ਹੁੰਦਾ ਕਿ ਤੁਸੀਂ ਝੂਠ ਬੋਲ ਰਹੇ ਹੋ। ਇਹ ਸੱਚਾਈ ਹੈ ਕਿ ਵਿਟਨੈਸ ਡਰ ਜਾਂਦੇ ਨੇ, ਇਹ ਸੱਚਾਈ ਹੈ ਕਿ ਵਿਟਨੈਸ ਕਈ ਵਾਰ ਨਹੀਂ ਬੋਲਦੇ। ਔਰ ਸਾਨੂੰ ਇਸ ਕੇਸ ਵਿੱਚ ਪਤਾ ਹੈ, ਸੀਬੀਆਈ ਦੀ ਸਾਰੀ ਇਨਵੈਸਟੀਗੇਸ਼ਨ ਕਹਿੰਦੀ ਹੈ ਕਿ ਪਹਿਲੇ 6 ਮਹੀਨੇ ਚੰਡੀਗੜ੍ਹ ਪੁਲਿਸ ਨੇ ਐਵੀਡੈਂਸ डिस्ट्रॉय किया है। तो पहला सीबीआई ने भी सवाल चुके ने, लेकिन जब सीबीआई दी जांच ते हाई कोर्ट ही सवाल चुक दे ते फिर अगे हाई कोर्ट को ट्रायल तो बाद ये अपील हुंदी उदों ये सवाल कह सकदा सी हाई कोर्ट। हले तक ट्रायल स्टार्ट नहीं होया, हले तक विटनेस कोर्ट को आए नहीं, हले तक विटनेस ने उन्हां दी अखां, उन्हां दे चेहरे, उन्हां दी बॉडी लैंग्वेज, बाकी सर्कमस्टांसिस जज को किथे है टू फाइंड आउट कि सच बोलदे कि झूठ बोलदे। हाई कोर्ट ने हले चार्जशीट भी नहीं देखी नहीं है, चार्जशीट उन्होंने को आई नहीं है, चार्जशीट उन्होंने चार्जशीट कोई बहस नहीं हुई एंड उन्होंने विटनेस भी नहीं देखे। देखो इन्वेस्टिगेशन ऑफिसर ने तो विटनेस देखे होंगे, इन्वेस्टिगेशन ऑफिसर ने बाकी एविडेंस देखे होंगे, उन्होंने कलेक्ट किया होंगे, उन्हें उन्होंने विटनेस को चार भी बुला के पूछा। सीबीआई की खोज डिफरेंट है आम पुलिस नालों। पुलिस तो एक बार पूछती है, सीबीआई कई बार विटनेस बुलाती, कई बार बार पूछती है कि विटनेस सच्चा है कि झूठा है। ओवर ईयर सीबीआई ने कोशिश की कि विटनेस सच्चा है कि झूठा है, उन्होंने फोटो दिखाई, हजार तरह तरीके उन्होंने टेस्ट किया कि विटनेस सच बोल रहा है, ओदी बैकग्राउंड सर्च करते हैं, ओदियां लोकेशंस देखते हैं, फिर किते एक्सेप्ट करते हैं किसी की टेस्टमनी, फिर उन्होंने पार्ट ऑफ चार्जशीट बनाते हैं। ये सारियां गल्लां इन्वेस्टिगेटिंग एजेंसी को पता होंदियां जां फिर ट्रायल जज विच जिथे सारा कुछ एविडेंस आंदा है, सामने विटनेस आंदे ने लाइक रियल ब्लड एंड फ्लैश, उदों पता लगता कि बंदे दी अखां विच, बंदे दे चेहरे पता लगता सच बोले झूठ बोले। इत्थे तुहाडे कोल तां एक स्टेटमेंट्स है, उन्हां स्टेटमेंट दे बेस ते तुसीं किस बेस ते कह रहे हो? सिर्फ ऑपोजिट काउंसल दी बहस ते जे झूठे विटनेस है तुसीं मान लोगे। और ये कहना कि सीबीआई कंप्लेनेंट काउंसल दे इन्फ्लुएंस विच है जदों कि एक्यूज दी मां सिटिंग हाई कोर्ट जज होवे, इसे हाई कोर्ट विच रही होवे, जबकि उस इन्फ्लुएंस विच उस नु ट्रांसफर किया गया होवे। इसे करके चंडीगढ़ पुलिस तो इन्वेस्टिगेशन सीबीआई को भेजी गई हो। जो इन्ना क्लीयर एविडेंस बैकग्राउंड इन्फ्लुएंस दी है, ये जज साहब का एक कंक्लूजन, जजमेंट में एक कंक्लूजन आना कि सीबीआई ने ये जी चार्जशीट तैयार की है या अरेस्ट किया है कंप्लेनेंट इन्फ्लुएंस थले किया है, ये हसो ही नहीं गल है, ये बिल्कुल मजाक वाली गल है। ये एक कमजोर बंदे ते कमजोर पार्टी के जो विक्टिम पार्टी ते मजाक तो ज्यादा नहीं है, उन्होंने जख्मां ते नमक सिटन वाली गल है। इट इज सवाल तो ये ना बैन साहब, अगर सीबीआई दी जांच ते ही सवाल उठन दे ते जांच किहड़ी एजेंसी कोल जांच कराई जाएगी? फिर ਜਿਹੜੀ ਸਭ ਤੋਂ ਵੱਡੀ ਏਜੰਸੀ ਜਾਂਚ ਕਰ ਰਹੀ ਹੈ ਉਸ ਤੇ ਸਵਾਲ ਜਦੋਂ ਲੋਕਲ ਪੁਲਿਸ ਤੋਂ, ਹਾਂ ਜਦੋਂ ਲੋਕਲ ਪੁਲਿਸ ਤੋਂ ਬੰਦੇ ਨਾਰਾਜ਼ ਹੋ ਜਾਂਦੇ, ਨਿਰਾਸ਼ ਹੋ ਜਾਂਦੇ ਆ, ਉਦੋਂ ਤੁਸੀਂ ਕਹਿੰਦੇ ਆ ਕਿ ਸੈਂਟਰਲ ਏਜੰਸੀ ਕੋਲ ਭੇਜੋ। ਔਰ ਸੈਂਟਰਲ ਏਜੰਸੀ ਤੇ ਸਾਡਾ ਕੀ ਇਨਫਲੂਐਂਸ ਹੋ ਸਕਦਾ? ਜੁਡੀਸ਼ਰੀ ਦਾ ਇਨਫਲੂਐਂਸ ਤਾਂ ਹੋ ਸਕਦਾ ਹੈ, ਸਿਟਿੰਗ ਹਾਈ ਕੋਰਟ ਦਾ ਤਾਂ ਇਨਫਲੂਐਂਸ ਹੋ ਸਕਦਾ ਹੈ, ਸਿਟਿੰਗ ਹਾਈ ਕੋਰਟ ਦੇ ਜੱਜ ਦਾ ਇਨਫਲੂਐਂਸ ਹੋ ਸਕਦਾ ਹੈ, ਸਿਟਿੰਗ ਹਿਮਾਚਲ ਪ੍ਰਦੇਸ਼ ਦੇ ਜੱਜ ਦਾ ਇਨਫਲੂਐਂਸ ਹੋ ਸਕਦਾ। ਉਹਦੇ ਵਿੱਚ ਕੰਪਲੇਨੈਂਟ ਫੈਮਿਲੀ ਦੇ ਵਿੱਚ ਕੀ ਇਨਫਲੂਐਂਸ ਹੋਣਾ ਹੈ? ਉਹਨਾਂ ਦੇ ਤਾਂ ਦ ਓਨਲੀ ਲਿੰਕ ਉਹਨਾਂ ਦਾ ਸੀ ਕਿ ਉਹਨਾਂ ਦੇ 82 ਆਲਮੋਸਟ 40 ਸਾਲ ਪਹਿਲਾਂ ਉਹਨਾਂ ਦੇ ਗ੍ਰੈਂਡਫਾਦਰ ਹਾਈ ਕੋਰਟ ਜੱਜ ਸੀ। ਤੁਸੀਂ ਇਹਨਾਂ ਨੂੰ ਕੰਪੇਅਰ ਕਰਕੇ ਕਹੋ ਕਿ ਜੀ ਇਹਨਾਂ ਦਾ ਇਨਫਲੂਐਂਸ ਬਹੁਤ ਹੈ ਤੇ ਸਿਟਿੰਗ ਜੱਜ ਦਾ ਇਨਫਲੂਐਂਸ ਘੱਟ ਹੈ। ਹਰ ਬੰਦੇ ਨੂੰ ਪਤਾ ਕਿ ਬਿਟਵੀਨ ਸਿਟਿੰਗ ਜੱਜ ਐਂਡ ਰਿਟਾਇਰਡ ਜੱਜ ਐਂਡ ਉਹ ਵੀ 40 ਸਾਲ ਪਹਿਲਾਂ ਰਿਟਾਇਰਡ ਜੱਜ ਕਿੰਨਾ ਇਨਫਲੂਐਂਸ ਹੋ ਸਕਦਾ ਹੈ। ਔਰ ਇਸ ਕਰਕੇ ਜਿਹੜਾ ਇਹ ਕੰਕਲੂਜਨ ਹੈ ਇਹ ਇਲੀਗਲ ਤਾਂ ਹੈ ਹੀ, it is insensitive also। ਬੈਨ ਸਾਹਿਬ ਇੱਕ ਵਾਰ ਮੈਂ ਦੀਪਿੰਦਰ ਕੌਰ ਜੀ ਨਾਲ ਜ਼ਰੂਰ ਗੱਲ ਕਰਨਾ ਚਾਹਾਂਗੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਮੈਮ ਇਸ ਪੂਰੀ ਹੁਣ ਜਿਹੜੀ ਜ਼ਮਾਨਤ ਮਿਲੀ ਹੈ ਕਲਿਆਣੀ ਸਿੰਘ ਨੂੰ, ਇਸ ਤੇ ਤੁਸੀਂ ਦੇਖ ਰਹੇ ਹੋ ਜੀ ਕਿੰਨਾ ਸਾਡੇ ਨਾਲ ਧੋਖਾ ਹੋ ਰਿਹਾ ਹੈ, ਕਿੰਨਾ ਅਨਿਆਂ ਹੋ ਰਿਹਾ ਸਾਡੇ ਨਾਲ। ਮੈਨੂੰ ਪਹਿਲੇ ਦਿਨ ਤੋਂ ਪਤਾ ਵੀ ਇਹ ਕਲਿਆਣੀ ਨੇ ਕੀਤਾ,
ਸਬੀਨਾ ਨਾਲ ਆਏ ਹੈ ਜੀ। ਸਬੀਨਾ ਦੇ ਹਸਬੈਂਡ ਨਾਲ ਆਏ ਹੈ, ਉਹ ਬਿਲਕੁਲ ਇਹਦੇ ਵਿੱਚ ਸ਼ਾਮਲ ਹੈ। ਸਬੀਨਾ ਦਾ ਹਸਬੈਂਡ ਤੇ ਕਲਿਆਣੀ ਤਿੰਨੋਂ ਆਪਣੇ ਘਰ ਆਏ ਆ, ਸਿੱਪੀ ਨਾਲ ਲੜ ਕੇ ਗਏ ਆ। ਮੈਨੂੰ ਪਹਿਲੇ ਦਿਨ ਤੋਂ ਪਤਾ, ਮੈਂ ਕੀ ਕਵਾਂ, ਬਹੁਤ ਵਾਰੀ ਕਹਿ ਚੁੱਕੀ ਹਾਂ ਵੀ ਇਹਨਾਂ ਨੇ ਕੀਤਾ ਹੈ। ਜਦੋਂ ਵੀ ਸਬੀਨਾ ਆਈ ਸੀ ਸਾਡੇ ਨਾਲ ਵਿਦਾਊਟ ਫੋਨ ਆਈ ਸੀ, ਮੈਂ ਖਿਆਲ ਹੀ ਨਹੀਂ ਕੀਤਾ ਵੀ ਇਹ ਟੈਲੀਫੋਨ ਕਿਉਂ ਨਹੀਂ ਲੈ ਕੇ ਆਈ। ਸਬੀਨਾ ਨੇ ਤੇ ਉਹਦੇ ਘਰ ਵਾਲੇ ਨੇ ਆਪ ਸਿੱਪੀ ਨੂੰ ਕਿਹਾ, ਧਮਕੀਆਂ ਦਿੱਤੀਆਂ ਵੀ ਤੂੰ ਘਰੋਂ ਬਾਹਰ ਨਿਕਲ ਕੇ ਦੇਖ। ਬਹੁਤ ਵਾਰੀ ਕਲਿਆਣੀ ਆਈ ਹੈ, 2-3 ਮਹੀਨੇ ਪਹਿਲਾਂ ਤੋਂ ਉਹਨੇ ਬਹੁਤ ਟਰਾਈ ਕੀਤੀ ਹੈ। ਇੱਕ ਵਾਰੀ ਤਾਂ ਮੈਂ ਉਹਨੂੰ ਆਪ ਦੇਖਿਆ, ਉਹ ਭੱਜੀ ਜਾਵੇ, ਮੈਂ ਸੋਚਿਆ ਵੀ ਕੀ ਹੋ ਗਿਆ, ਕਿਉਂ ਨਾਈਟ ਸੂਟ ਦੇ ਵਿੱਚ ਸੀ, ਅੰਦਰ ਆਈ ਆਪਣੇ ਘਰ। ਹੁਣ ਮੈਂ ਸੋਚ ਰਹੀ ਹਾਂ ਵੀ ਜੇ ਉਹਨੂੰ ਸਭ ਕੁਝ ਪਤਾ ਸੀ ਸਿੱਪੀ ਦਾ, ਜੇ ਕਿਤੇ ਉਹ ਗਨ ਚੱਕ ਕੇ ਸਿੱਪੀ ਦੇ ਮਾਰ ਦਿੰਦੀ ਤੇ ਉਹਨੇ ਆਪ ਗਵਾਹੀ ਦੇਣੀ ਸੀ ਵੀ ਜਿੱਪੀ ਨੇ ਮਰਡਰ ਕੀਤਾ, ਫਿਰ ਮੈਂ ਕੀ ਕਰ ਲੈਂਦੀ। ਬਹੁਤ ਗੱਲਾਂ ਤਾਂ ਅਜੇ ਬੈਂਸ ਸਾਹਿਬ ਨੂੰ ਅਜੇ ਡਿਟੇਲ ਵਿੱਚ ਪਤਾ ਨਹੀਂ, ਨਰੂਲਾ ਸਾਹਿਬ ਨੂੰ ਤਾਂ ਬਿਲਕੁਲ ਹੀ ਨਹੀਂ ਪਤਾ ਵੀ ਇਹ ਸਾਰੀਆਂ ਗੱਲਾਂ ਕੀ ਹੈ। ਤੁਸੀਂ ਮੈਨੂੰ ਕਿਤੇ ਬਿਠਾ ਕੇ ਪੁੱਛੋ ਵੀ ਕਿੰਨੇ ਵਾਰੀ ਉਹਨੇ ਟਰਾਈ ਕੀਤੀ ਹੈ ਸਿੱਪੀ ਨੂੰ ਮਾਰਨ ਦੀ, ਕਿੰਨੇ ਵਾਰੀ ਟਰਾਈ ਕੀਤੀ ਹੈ। ਜਦੋਂ ਅਖੀਰ ਵਿੱਚ ਜਿਹੜੇ ਉਹ ਤੁਸੀਂ ਕਹਿੰਦੇ ਹੋ ਇਹਨਾਂ ਨੇ ਕਿਹਾ ਵੀ ਬੰਦੇ ਆਏ ਆ, ਉਹ ਵੀ ਕਲਿਆਣੀ ਨੇ ਭੇਜੇ ਆ। 1-2-3 ਮਹੀਨੇ ਪਹਿਲਾਂ ਤਾਂ ਇਹਨੇ ਬਹੁਤ ਜ਼ਿਆਦਾ ਕਤਲ ਤੋਂ ਪਹਿਲਾਂ ਵੀ ਤੁਹਾਨੂੰ ਕੋਈ ਸ਼ੱਕ ਸੀ ਕਲਿਆਣੀ ਸਿੰਘ ਤੇ? ਨਾ ਜੀ, ਸ਼ੱਕ ਨਹੀਂ ਸੀ। ਲੜਾਈ ਤਾਂ ਹੁੰਦੀ ਹੈ, ਬਹੁਤ ਵਾਰੀ ਸਬੀਨਾ ਲੜ ਕੇ ਗਈ ਹੈ ਇੱਥੇ। ਇਦੋਂ ਵੱਡੀ ਗੱਲ ਕੀ ਹੈ ਵੀ ਪਰਮਿੰਦਰ ਆਇਆ ਇੱਥੇ, ਫੋਟੋਆਂ ਦਿਖਾ ਕੇ ਗਿਆ ਵੀ ਆਹ ਦੇਖੋ ਜੀ ਇਹਨੇ ਭੇਜੀਆਂ, ਕਲਿਆਣੀ ਨਾਲ ਆਈ ਹੈ। ਕਲਿਆਣੀ ਨੇ ਮੈਨੂੰ ਕਿਹਾ ਮੈਂ ਦੇਖੂੰਗੀ कैसे नहीं मेरी शादी होती है। ये मैं ਤੁਹਾਨੂੰ ਕਿੰਨਾ ਕੁ ਡਿਟੇਲ 4 ਘੰਟੇ 6 ਘੰਟੇ ਦੱਸ ਸਕਦੀ ਹਾਂ, ਕਿੰਨੀਆਂ ਗੱਲਾਂ, ਕਿੰਨੀਆਂ ਬਹਿਸਾਂ, ਕਿੰਨੀਆਂ ਲੜਾਈਆਂ ਹੋਈਆਂ। ਕਿੰਨੇ ਵਾਰੀ ਉਹਨੇ ਕਿਹਾ ਦੇਖੂੰਗੀ ਆਪ क्या कर लेंगे, देखूंगी आप क्या कर लेंगे। हो गया, ਉਹਨੇ ਦੇਖ ਹੀ ਲਿਆ ਵੀ ਕੀ ਕਰ ਲਿਆ। ਪਹਿਲਾਂ ਤਾਂ ਉਹ ਮੰਨੇ ਹੀ ਨਹੀਂ ਵੀ ਕਿੰਨੀ ਦੇਰ ਹੋ ਗਈ ਜੀ ਸਾਡੀ ਤਾਂ ਇਹਦੇ ਨਾਲ ਕੋਈ ਗੱਲਬਾਤ ਹੀ ਨਹੀਂ ਸੀ। ਹੁਣ 3-4 ਦਿਨ ਪਹਿਲਾਂ ਤੱਕ ਉਹਦੇ ਨਾਲ ਗੱਲਬਾਤ ਰਹੀ ਹੈ, ਈਮੇਲਸ ਦੇ ਉੱਤੇ ਕਨੈਕਟ ਮਤਲਬ ਬੋਲਦੀ ਰਹੀ ਹੈ। ਉਸ ਤੋਂ ਬਾਅਦ ਫਿਰ ਉਹਨੇ ਜਦੋਂ ਉਹਦੀ ਡੈਥ ਹੋਈ ਹੈ ਸੰਸਕਾਰ ਤੇ, ਉਹ ਪਤਾ ਨਹੀਂ ਕਿਉਂ ਨਹੀਂ ਆਈ। ਪਤਾ ਹੀ ਹੈ ਉਹਨੂੰ ਵੀ ਮੈਂ ਕਿਉਂ ਨਹੀਂ ਆਈ, ਉਹਨੂੰ ਪਤਾ ਕਾਲਜ ਕਿਵੇਂ ਚਲੀ ਗਈ ਉਹ। ਜਿੱਪੀ ਸਿੱਧੂ ਜੀ, ਇਹ ਸਰਤੇਜ ਨਰੂਲਾ ਇਹ ਕਹਿੰਦੇ ਨਜ਼ਰ ਆਏ ਨਿਊਜ਼ ਡੇਟਲਾਈਨ ਪੰਜਾਬ ਨਾਲ, ਉਹਨਾਂ ਨੇ ਗੱਲ ਕੀਤੀ ਕਿ ਸਿੱਪੀ ਦੀ ਮੇਲ ਤੋਂ ਇਹ ਪਤਾ ਚੱਲਿਆ ਹੈ ਕਿ ਉਹ ਤੇ ਮੈਰਿਜ ਕਰਾਉਣਾ ਚਾਹੁੰਦਾ ਸੀ, ਕਲਿਆਣੀ ਸਿੰਘ ਨੇ ਮਨਾ ਕਰ ਦਿੱਤਾ। ਨਹੀਂ ਮੈਮ, ਐਕਚੁਅਲੀ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ। ਦਾ ਥਿੰਗ ਵਾਸ ਜਿਹੜੀ ਮੇਲ ਦਾ ਕੀ ਕਿੱਸਾ ਹੈ? ਨਹੀਂ ਦੇ ਵਰ ਐਕਚੁਅਲੀ ਲਿਖਿਆ ਹੋਇਆ ਸੀ। ਹਾਂਜੀ, 2014 ਚ ਇਹਨਾਂ ਦੇ ਰਿਲੇਸ਼ਨਸ ਖਰਾਬ ਹੋ ਜਾਂਦੇ ਹੈ। ਰੀਜ਼ਨ ਵਾਸ ਸਿੱਪੀ ਨੂੰ ਇਹ ਕੁੜੀ ਦੇ ਰਿਲੇਸ਼ਨਸ ਪਤਾ ਚੱਲ ਜਾਂਦੇ ਉਹਦੇ ਮੈਟਰਨਲ ਅੰਕਲ ਨਾਲ ਤੇ ਹੋਰ ਇਹਦੇ ਬॉयਫ੍ਰੈਂਡਸ ਨਾਲ। ਸਿੱਪੀ ਉਹ ਸਨੈਪਸ ਇਹਦੇ ਮਦਰ ਨੂੰ ਭੇਜ ਦਿੰਦਾ ਤੇ ਇਹਦੇ ਫਾਦਰ ਨੂੰ ਭੇਜ ਦਿੰਦਾ ਕਿ that he was such a gentleman। ਉਹਨੇ ਸਿੱਪੀ ਨੇ ਉਹਦੇ ਫਾਦਰ ਨੂੰ ਭੇਜੀਆਂ ਸਨੈਪਸ, ਕਹਿੰਦਾ ਅੰਕਲ ਹਾਊ ਕੈਨ ਆਈ ਮੈਰੀ her, she is involved with other guys, this was the reason। ਉਸ ਤੋਂ ਬਾਅਦ they planned it। ਜਿਹੜੀ estranged relations ਹੋਈ ਹੈ ਪਿਛਲੇ ਸਾਲ ਅਕਤੂਬਰ ਚ ਹੋਈ ਹੈ। if you will read the charge sheet also you will find it everything। 2000 ਪਿਛਲੇ ਸਾਲ ਦੀ ਪਲੈਨਿੰਗ ਹੋਈ ਹੈ ਇਹਨਾਂ ਦੀ ਪੂਰੀ। ਉਸ ਤੋਂ ਬਾਅਦ ਸਿੱਪੀ was normal, ਸਿੱਪੀ was trying to pacify her। ਤੁਸੀਂ ਸਮਝ ਰਹੇ ਹੋ ਨਾ, ਸਿੱਪੀ ਵਾਸ ਟ੍ਰਾਈਂਗ ਟੂ ਪੈਸੀਫਾਈ ਹਰ। ਇਹਨਾਂ ਦਾ ਪਲਾਨ ਉਦੋਂ ਹੀ ਬਣ ਜਾਂਦਾ ਸੀਗਾ। ਸ਼ੀ ਵਾਸ ਪਹਿਲਾਂ ਤਾਂ ਆਹ ਮੰਨਦੇ ਹੀ ਨਹੀਂ ਸੀਗੇ ਕਿ ਸਾਡੀਆਂ ਗੱਲਾਂ ਹੋ ਰਹੀਆਂ। ਪਹਿਲਾਂ ਤਾਂ ਕਹਿੰਦੀ, ਪਹਿਲੇ ਜਦੋਂ ਇਹਨਾਂ ਨੇ ਅਰੈਸਟ ਹੋਏ ਨਾ, ਪਹਿਲਾਂ ਜਦੋਂ ਪੁਲਿਸ ਨੇ ਵੀ ਕੀਤਾ, ਜਦੋਂ ਪਹਿਲਾਂ CBI ਕੋਲੇ ਨਹੀਂ ਗਏ ਸੀ, ਦੇ ਵਰ ਸੇਇੰਗ ਹੂ ਸਿੱਪੀ ਸਿੱਧੂ, ਆਈ ਡੋਂਟ ਨੋ ਹਿਮ। ਉਹ ਤਾਂ ਸਾਨੂੰ ਵੀ ਪਤਾ ਹੈ ਕਿ ਈਮੇਲਸ ਉਹੀ ਤਾਂ CBI ਨੂੰ ਜਿਹੜਾ ਚਾਰਜ ਸ਼ੀਟ 'ਚ ਵੀ ਹੋਇਆ ਕਿ ਲਾਸਟ ਇਹਦੀ ਈਮੇਲ 16 ਸਤੰਬਰ ਤੱਕ ਤਾਂ ਇਹਦੀਆਂ ਗੱਲਾਂ ਹੁੰਦੀਆਂ ਰਹੀਆਂ, 15 ਸਤੰਬਰ ਤੱਕ। ਫਿਰ 5 ਦਿਨ ਇੱਕੋਦਮ ਬੰਦ ਕਿਉਂ ਕਰ ਦਿੰਦੀ ਆ? ਐਕਚੁਅਲੀ ਅੱਛਾ, ਮੇਰਾ ਹੁਣ ਸਰ ਜੀਪੀ ਸਿੱਧੂ ਜੀ, ਮੇਰਾ ਹੁਣ ਅਗਲਾ ਸਵਾਲ ਔਰ ਆਖਰੀ ਸਵਾਲ ਹੈ ਕਿ ਹਾਂਜੀ ਅੱਗੇ ਕੀ ਕਦਮ ਤੁਸੀਂ ਚੁੱਕਣ ਜਾ ਰਹੇ ਹੋ? ਹੁਣ ਜਦੋਂ ਹਾਈ ਕੋਰਟ ਤੋਂ ਤੁਹਾਨੂੰ ਨਿਰਾਸ਼ਾ ਹੱਥ ਲੱਗੀ ਹੈ, ਜ਼ਮਾਨਤ ਮਿਲੀ ਗਈ ਹੈ ਮੁਲਜ਼ਮ ਨੂੰ, ਹਾਂਜੀ ਅੱਗੇ ਜੀ ਸਾਡਾ ਆਹੀ ਪਲਾਨ ਹੈ ਜੀ, ਜਿਵੇਂ ਸਾਡੇ ਕੌਂਸਲ ਸਲਾਹ ਕਰਨਗੇ ਜੀ, ਆਬਵੀਅਸਲੀ ਵੀ ਵਿਲ ਮੂਵ ਟੂ ਦ ਐਪੈਕਸ ਕੋਰਟ। ਵੀ ਜਾਣ ਤੋਂ ਪਹਿਲਾਂ ਮੈਨੂੰ ਕਹਿ ਕੇ ਗਿਆ ਸੀ, ਮਾਮਾ ਪਿੱਛੋਂ ਤੁਸੀਂ ਕੋਈ ਪੰਗਾ ਨਾ ਲੈ ਲਿਓ, ਕੁਛ ਉਹਨੂੰ ਜਦੋਂ ਵੀ ਜੇ ਘਰ ਵੀ ਆਈ ਨਾ ਉਹਨੂੰ ਝਿੜਕਾਂ ਨਾ ਦਿਓ, ਤੁਹਾਨੂੰ ਉਹ ਫਸਾ ਦੇਣਗੇ ਕਿਸੇ ਕੇਸ ਵਿੱਚ। ਸਿਰਫ ਇਸ ਗੱਲੋਂ ਡਰਦਾ ਉਹਨੂੰ ਪੈਸੀਫਾਈ ਕਰ ਰਿਹਾ ਸੀ। ਜਿਹੜੇ ਕਹਿੰਦੇ ਆ ਨਾ ਉਹ ਵੀ ਉਹ ਵਿਆਹ ਦਾ ਕਹਿੰਦਾ ਸੀ, ਉਹਨੂੰ ਇਹ ਸੀ ਵੀ ਕਿਤੇ ਪਿੱਛੋਂ ਫੋਟੋਆਂ ਤਾਂ ਉਹਨਾਂ ਕੋਲੇ ਪਹੁੰਚ ਚੁੱਕੀਆਂ ਸੀ, ਮਰਡਰ ਦੀ ਉਹ ਤਿਆਰੀ ਕਰੀ ਬੈਠੇ ਸੀ। ਸਿੱਪੀ ਨੂੰ ਇਹ ਸੀ ਵੀ ਕਿਤੇ ਕੋਈ ਪੰਗਾ ਨਾ ਲੈ ਲੈਣ, ਪਰ ਉਹਨੂੰ ਇਹ ਨਹੀਂ ਪਤਾ ਸੀ ਮੈਨੂੰ ਮਾਰ ਦੂਗੀ। ਇਹ ਸੀ ਵੀ ਸਾਨੂੰ ਕਿਸੇ ਕੇਸ ਵਿੱਚ ਫਸਾ ਦੇਣਗੇ, ਕਿਸੇ ਤਕੜੇ ਕੇਸ ਵਿੱਚ ਨਾ ਫਸਾ ਦੇ ਕਿਤੇ।
ਮੰਮਾ ਮੈਨੂੰ ਆ ਲੈਣ ਦਿਓ, ਤੁਸੀਂ ਕੁਛ ਨਾ ਕਰਿਓ, ਤਾਂ ਹੀ ਤਾਂ ਆਉਂਦੇ ਨੇ ਮਗਰ ਪੈ ਗਈ। ਇਹ ਪਹੁੰਚਿਆ 2 ਘੰਟੇ ਬਾਅਦ ਉਹ ਆ ਗਈ ਇਹਦੇ ਕੋਲ। ਤਾਂ ਕੋਈ ਉਹ ਹਰ ਕੇਸ ਵਿੱਚ ਜ਼ਮਾਨਤ ਇੱਕ ਪੜਾਅ ਹੁੰਦਾ ਹੈ ਕਿ ਅਕਿਊਜ਼ ਨੂੰ ਮਿਲ ਵੀ ਜਾਂਦੀ ਹੈ, ਥੋੜੀ ਦੇਰ ਬਾਅਦ ਤਕਰੀਬਨ 2-4 ਸਾਲ ਸਭ ਨੂੰ ਮਿਲ ਜਾਂਦੀ ਹੈ, ਮਗਰ ਸਭ ਤੋਂ ਇੰਪੋਰਟੈਂਟ ਤਾਂ ਟ੍ਰਾਇਲ ਹੈ। ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਚਾਰਜਸ਼ੀਟ ਫਾਈਲ ਹੋ ਚੁੱਕੀ ਹੈ, ਚਾਰਜਸ਼ੀਟ ਤੇ ਬਹਿਸ ਹੋਏਗੀ, ਉਹਦੇ ਮੁਤਾਬਿਕ ਹੁਣ ਐਵੀਡੈਂਸ ਆਏਗਾ ਤੇ ਜਿਹੜਾ ਫਾਈਨਲ ਜਜਮੈਂਟ ਹੈ ਉਹ ਇੰਪੋਰਟੈਂਟ ਚੀਜ਼ ਹੁੰਦੀ ਹੈ। ਇਹ ਤਾਂ ਇੱਕ ਟੈਂਪਰੇਰੀ ਕਹਿ ਲਓ, ਸੈਟਬੈਕ ਕਹਿ ਲਓ, ਸਾਨੂੰ ਕੋਈ ਇਸ਼ੂ ਨਹੀਂ ਹੈ, ਜ਼ਮਾਨਤ ਮਿਲੇ ਨਾ ਮਿਲੇ ਇਹ ਸਾਡਾ ਪਰਸਨਲ ਕੰਸਰਨ ਨਹੀਂ ਹੈ, ਕੋਰਟ ਦਾ ਕੰਸਰਨ ਹੈ। ਬਟ ਜਿਹੜੀ ਜ਼ਮਾਨਤ ਜਿਸ ਤਰ੍ਹਾਂ ਦਿੱਤੀ ਗਈ ਸਾਨੂੰ ਉਹ ਹੈ, ਉਸ ਤੋਂ ਬੜਾ ਜ਼ਿਆਦਾ ਲੱਗਦਾ ਹੈ ਕਿ ਅਨਹੋਣਾ ਤਰੀਕਾ ਕਿਉਂ ਵਰਤਿਆ ਗਿਆ ਇਸ ਕਿਸੇ, ਉਹ ਸਾਨੂੰ ਡਾਊਟ ਕ੍ਰੀਏਟ ਕਰਦਾ ਹੈ। ਜ਼ਮਾਨਤ ਐਜ਼ ਐਨ ਇਸ਼ੂ ਤਾਂ ਹਰ ਮੁਜਰਮ ਜ਼ਮਾਨਤ ਅਪਲਾਈ ਕਰਦਾ, ਕਿਸੇ ਨੂੰ ਮਿਲ ਜਾਂਦੀ ਹੈ, ਕਿਸੇ ਨੂੰ 2 ਸਾਲ ਬਾਅਦ ਮਿਲਦੀ ਹੈ, 1.5 ਸਾਲ ਬਾਅਦ ਮਿਲਦੀ ਹੈ, 6 ਮਹੀਨੇ ਬਾਅਦ ਮਿਲਦੀ ਹੈ, ਹਰ ਕੇਸ ਦੇ ਆਪਣੇ ਫੈਕਟਸ ਅਲੱਗ ਹੁੰਦੇ ਨੇ। ਮਗਰ ਜਿਸ ਤਰ੍ਹਾਂ ਇਸ ਕੇਸ ਵਿੱਚ ਜ਼ਮਾਨਤ ਮਿਲੀ ਹੈ ਉਹ ਬੜੇ ਸਵਾਲ ਪੈਦਾ ਕਰਦਾ ਹੈ। ਉਹ ਸਵਾਲ ਹਾਈ ਕੋਰਟ ਤੇ ਪੈਦਾ ਕਰਦਾ ਹੈ, ਉਹ ਸਵਾਲ ਜੁਡੀਸ਼ਰੀ ਤੇ ਵੀ ਪੈਦਾ ਕਰਦਾ ਹੈ। ਉਹ ਸਵਾਲ ਹੈ ਕਿ ਜੇ ਇਸ ਤਰ੍ਹਾਂ ਹੀ ਜ਼ਮਾਨਤ ਮਿਲਣੀ ਹੈ ਫਿਰ ਲੋਕਾਂ ਦਾ ਵਿਸ਼ਵਾਸ ਕਦ ਤੱਕ ਰਹੇਗਾ। So, as a lawyer, next move ਕੀ ਹੋਏਗਾ as a counsel? ਨੈਕਸਟ ਸਟੈਪ ਹੈ ਕਿ ਜਦੋਂ ਆਫਟਰ ਐਗਜ਼ਾਮਿਨਿੰਗ ਸਾਰੇ ਡਾਕੂਮੈਂਟ ਐਗਜ਼ਾਮਿਨ ਕਰਕੇ ਸਪੈਸ਼ਲੀ ਚਾਰਜਸ਼ੀਟ ਦਾ ਜਿਹੜਾ ਉਹਨਾਂ ਦੇ ਐਵੀਡੈਂਸ ਨਾਲ ਹੋਏਗਾ ਉਹਦੇ ਬੇਸ ਤੇ ਅਸੀਂ ਡਿਸੀਜਨ ਲਵਾਂਗੇ। ਕਲੀਅਰਲੀ ਜਜਮੈਂਟ ਤਾਂ ਰੋਂਗ ਹੈ। ਮੈਨੂੰ ਲੱਗਦਾ ਕਿ ਸੀਬੀਆਈ ਤੇ ਇੰਨੇ ਕਮੈਂਟ ਕੀਤੇ ਗਏ ਉਹ ਜ਼ਰੂਰ ਇਸ ਨੂੰ ਅਪੀਲ ਕਰਨਗੇ, ਉਹਨਾਂ ਨੂੰ ਜ਼ਰੂਰ ਜਾਣਾ ਹੀ ਪੈਣਾ। ਤੇ ਜੇ ਸੀਬੀਆਈ ਚਲੇਗੀ ਤਾਂ ਫਿਰ ਸਾਨੂੰ ਵੀ, ਅਸੀਂ ਵੀ ਜਾਵਾਂਗੇ, ਅਸੀਂ ਵੀ ਉਹਦੇ ਵਿੱਚ ਪਾਰਟੀ ਬਣਾਂਗੇ ਜਾਂ ਅਲੱਗ ਬਣਾਵਾਂਗੇ, ਕਿਉਂਕਿ ਅਸੀਂ ਵੀ ਉਨੇ ਹੀ ਗਰੀਬ ਨੇ ਜਿਸ ਤਰ੍ਹਾਂ ਦੀਆਂ ਮਿਸਟੇਕਸ ਐਰਰ ਕ੍ਰੀਏਟ ਕੀਤੇ ਗਏ ਜਜਮੈਂਟ ਦੇ, ਉਹ ਸਰਟਨਲੀ ਠੀਕ ਹੋਣੇ ਚਾਹੀਦੇ। ਕਿਉਂਕਿ ਇਹ ਜਿਹੜੀ ਜਜਮੈਂਟ ਹੈ ਇਹਦਾ ਜਿਹੜਾ ਡਿਜ਼ਾਈਨ ਹੈ, ਇਹਦਾ ਜਿਹੜਾ ਪਲਾਨ ਹੈ, ਜਿਹੜੀ ਇਹਦੀ ਫਾਈਂਡਿੰਗ ਹੈ ਉਹ ਟ੍ਰਾਇਲ ਨੂੰ ਇਨਫਲੂਐਂਸ ਕਰਨਗੇ। ਔਰ ਕਿਸੇ ਵੀ ਬੇਲ ਦੀ ਜਜਮੈਂਟ ਦਾ ਕਦੀ ਇਹ ਮੋਟਿਵ ਨਹੀਂ ਹੁੰਦਾ ਕਿ ਟ੍ਰਾਇਲ ਨੂੰ ਇਨਫਲੂਐਂਸ ਕਰਨ। ਇਸ ਕਰਕੇ ਜਿਹੜੀ ਇਹ ਜਜਮੈਂਟ ਹੈ ਇੰਨੀ ਡਿਟੇਲਡ ਹੈ, ਇੰਨੇ ਅਨਨੈਸੈਸਰੀ ਕਮੈਂਟਸ ਹੈ, ਇੰਨੀ ਅਨਨੈਸੈਸਰੀ ਆਬਜ਼ਰਵੇਸ਼ਨ ਹੈ ਜਿਹੜੀਆਂ ਕਿ ਜ਼ਮਾਨਤ ਦੀ ਲੋੜ ਨਹੀਂ ਸੀ। ਉਹ ਆਬਜ਼ਰਵੇਸ਼ਨ ਨੂੰ ਖਤਮ ਕਰਨ ਲਈ ਸਾਨੂੰ ਹਰ ਹਾਲ ਦੇ ਸੁਪਰੀਮ ਕੋਰਟ ਜਾਣਾ ਪਏਗਾ। ਜ਼ਮਾਨਤ ਮਿਲਦੀ ਨਹੀਂ ਮਿਲਦੀ ਇਹ ਕੋਈ ਮੇਜਰ ਕੰਸਰਨ ਨਹੀਂ ਹੁੰਦਾ ਟ੍ਰਾਇਲ ਦੇ ਵਿੱਚ, ਟ੍ਰਾਇਲ ਕੋਰਟ ਦੇ ਲਾਇਰ ਲਈ ਜਾਂ ਇਵਨ ਲਾਇਰ ਲਈ ਜਾਂ ਫੈਮਿਲੀ ਲਈ, ਕਿਉਂਕਿ ਫਾਈਨਲ ਪਨਿਸ਼ਮੈਂਟ ਜ਼ਰੂਰੀ ਹੈ ਕਿ ਗਿਲਟ ਐਸਟੈਬਲਿਸ਼ ਹੋਵੇ, ਸਬੂਤਾਂ ਨਾਲ ਗਿਲਟ ਐਸਟੈਬਲਿਸ਼ ਹੋਵੇ ਐਸ ਪਰ ਲਾਅ, ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਕ੍ਰਾਈਮ ਹੋਇਆ ਔਰ ਕਿਹਨੇ ਕੀਤਾ। ਸ਼ੁਕਰੀਆ, ਬੇहद ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਬਹੁਤ ਬਹੁਤ ਸ਼ੁਕਰੀਆ। ਰਿਐਲਿਟੀ ਬਾਈਟਸ ਨੂੰ ਵੇਖਣ ਲਈ ਜੁੜੇ ਰਹੋ ਨਿਊਜ਼ 8 ਲਾਈਨ ਪੰਜਾਬ ਤੇ।